इस कारोबार च है कि माल ज़्यादा ਵਧਾਉਣ ਦੇ ਬਜਾਏ माल चंगा रख लो तो घट रख लो तो उसकी सेवा करो तो फायदा ਉਹਦੇ 'ਚ ज़्यादा रखोगे ਉਹਦੇ 'ਚ फायदा कोई नहीं बल्कि नुकसान ही है ਤੁਹਾਡਾ। ਜਦੋਂ ਬੰਦਾ ਇਕੱਲਾ ਹੋਏ ਉਹਦੇ ਕੋਲ ਪੂਰੇ ਆਇਆ ਕੋਈ ਨਾ ਜਾਏ ਤੇ ਮਾਲ ਜ਼ਿਆਦਾ ਹੋਏ ਤੇ ਆਮਦਨੀ ਘਟ ਜਾਂਦੀ ਹੈ। ਜੇ ਮਾਲ ਘੱਟ ਹੋਏ ਤੇ ਮਾਲ ਦੀ ਸੇਵਾ ਕਰੋ ਤੇ ਆਮਦਨੀ ਵੱਧ ਜਾਂਦੀ ਹੈ। ਇਹਦਾ ਰਿਕਾਰਡ ਹੈ ਕਿ 22-24 ਗੱਡੀਆਂ ਦੁੱਧ ਦਿੰਦੀ ਹੈ। ਗਾਵਾਂ ਦਾ ਤੁਸੀਂ ਰਿਕਾਰਡ ਸੁਣਿਆ ਹੈ, ਮਾਈ ਦਾ ਰਿਕਾਰਡ ਹੈ ਕਿ 22-24 ਗੱਡੀਆਂ ਦੁੱਧ ਦਿੰਦੀ। ਮੱਝਾਂ ਦੀਆਂ ਕੰਡਾਂ ਕਾਲੀਆਂ, ਇੱਕ ਮਾਈ ਦੀ ਕੰਡ ਕਾਲੀ ਹੋਏਗੀ, ਦੂਸਰਾ ਮਾਈ ਦੀ ਵਾਲ ਜਿਹਦੇ ਨੇ ਬੈਠੇ ਹੋਣਗੇ ਲੋਈ ਬੈਠੀ ਹੋਏਗੀ। ਅੱਛਾ। ਤੇ ਦੁੱਧ ਦੀ ਮਕਦਾਰ ਵੀ ਜ਼ਿਆਦਾ ਹੋਏਗੀ। ਜਦੋਂ ਮਾਈ ਦੀ ਲੋਈ ਬੈਠੀ ਹੋਏ ਉਹਦੀ ਮਕਦਾਰ ਵੀ ਜ਼ਿਆਦਾ ਹੋ ਜਾਂਦੀ। ਜੇ ਚਾਰਾ ਘਰ ਦਾ ਹੋਏ ਤੇ ਫਿਰ 400 ਰੁਪਈਆ ਖਰਚਾ ਹੁੰਦਾ। ਜੇ ਚਾਰਾ ਮੁੱਲ ਲੈ ਕੇ ਪਾਣਾ ਪਵੇ ਤੇ ਫਿਰ 600 ਰੁਪਈਆ ਖਰਚਾ ਹੁੰਦਾ। ਜਿਹਦੀ ਮੱਝ ਦੇ ਥੱਲੇ 20 ਕਿਲੋ ਦੁੱਧ ਦਿਓ 1200 ਰੁਪਈਆ ਦੇ ਛੱਡਦੀ ਹੈ। ਜਿਹਦੀ ਮੱਝ ਥੱਲੇ 12-13 ਕਿਲੋ ਦੁੱਧ ਦਿਓ ਉਹ 300-400 ਦੇ ਛੱਡਦੀ। बचत। अस्सलाम वालेकुम। वालेकुम सलाम। ਕੀ ਹਾਲ ਨੇ ਪਿਆਰੇ ਭਾਈ? ठीक ठाक, तुम सुनाओ? ठीक ठाक हो? ਅੱਲਾ ਦਾ ਸ਼ੁਕਰ। ਪਿਆਰੇ ਭਾਈ ਸਾਰਿਆਂ ਨਾਲ ਪਹਿਲਾਂ ਆਪਣਾ ਨਾਮ ਦੱਸ ਦਿਓ। नाम मेरा रहमतुल्ला। ਰਹਿਮਤੁल्ला ਭਾਈ ਮਾਸ਼ਾਅੱਲਾ ਕਿੰਨੇ ਅਰਸੇ ਤੋਂ ਕਾਰੋਬਾਰ ਕਰਦੇ ਹੋ ਡੰਗਰਾਂ ਦਾ? पे को 10-12 साल हो गए। ਕੀ ਹਾਸਲ ਕੀਤਾ ਇਸ ਕਾਰੋਬਾਰ ਤੋਂ? इस कारोबार च है कि माल ज़्यादा ਵਧਾਉਣ ਦੇ ਬਜਾਏ माल चंगा रख लो तो घट रख लो तो उसकी सेवा करो तो फायदा ਉਹਦੇ 'ਚ ज़्यादा रखोगे ਉਹਦੇ 'ਚ फायदा कोई नहीं बल्कि नुकसान ही है ਤੁਹਾਡਾ। ਜਦੋਂ ਬੰਦਾ ਇਕੱਲਾ ਹੋਏ ਉਹਦੇ ਕੋਲ ਪੂਰੇ ਆਇਆ ਕੋਈ ਨਾ ਜਾਏ ਤੇ ਮਾਲ ਜ਼ਿਆਦਾ ਹੋਏ ਤੇ ਆਮਦਨੀ ਘਟ ਜਾਂਦੀ ਹੈ। ਜੇ ਮਾਲ ਘੱਟ ਹੋਏ ਤੇ ਮਾਲ ਦੀ ਸੇਵਾ ਕਰੋ ਤੇ ਆਮਦਨੀ ਵੱਧ ਜਾਂਦੀ ਹੈ। ਮਾਸ਼ਾਅੱਲਾ ਕਿੰਨੇ ਜਾਨਵਰਾਂ ਤੋਂ ਪਹਿਲੇ ਤੁਸੀਂ ਕਿੰਨੇ ਜਾਨਵਰ ਰੱਖੇ ਹਨ? ਬਾਅਦ ਚੋਂ ਉਹ ਘਟਾ ਕੇ ਅੱਛੇ ਜਾਨਵਰ ਕਿੰਨੇ ਰੱਖੇ ਬਾਅਦ ਚੋਂ? 15 ਪਹਿਲਾਂ ਸਨ ਭਾਈ ਜਾਨ ਤੇ 16ਵੀਂ ਗਾਂ ਸੀ। ਹੁਣ 8 ਮੱਝਾਂ ਨੇ ਤੇ 9ਵੀਂ ਗਾਂ ਹੈ। ਤੇ ਉਸ ਤੋਂ ਉੱਥੇ ਹੀ ਆਉਂਦੀ ਹੈ ਪਈ, ਉੱਥੇ ਆ ਰਹੀ ਹੈ। ਉੱਥੇ ਹੀ ਆ ਰਹੀ। ਕੀ ਇਹਦੀ ਵਜ੍ਹਾ ਹੈ? ਇਹਦੀ ਵਜ੍ਹਾ ਹੈ ਵੇ ਕਿ ਡੰਗਰ ਸੌਖੇ ਸਾਂਭ ਲਈਦੇ ਨੇ, ਸੇਵਾ ਕਰਦੇ ਨੇ। ਤੁਹਾਡੇ ਸਾਹਮਣੇ ਮਾਲ ਹੈ, ਸਾਰਿਆਂ ਦੇ ਸਾਹਮਣੇ ਪੱਠੇ ਵੀ ਵਧੇ ਪਏ ਨੇ ਤੇ ਮਾਲ ਉਂਝ ਵੀ ਤੰਦਰੁਸਤ ਹੈ। ਤੇ ਇਸ ਵਜ੍ਹਾ ਤੋਂ ਜਿਹਦੀ ਸੇਵਾ ਕੀਤੀ ਹੈ ਤੇ ਇਹਦਾ ਫਾਇਦਾ ਹੈ। ਅੱਗੇ ਮਾਲ ਜ਼ਿਆਦਾ ਹੁੰਦਾ ਸੀ ਤੇ ਉਹਦੀ ਸੇਵਾ ਨਹੀਂ ਸੀ ਪੂਰੀ ਹੁੰਦੀ ਤੇ ਮਾਲ ਕਮਜ਼ੋਰ ਹੁੰਦਾ ਸੀ, ਦੁੱਧ ਦੀ ਆਮਦਨੀ ਘਟ ਜਾਂਦੀ ਸੀ। ਅੱਛਾ ਸਰ, ਇਹ ਤੇ ਗੱਲ ਹੋ ਗਈ ਨਾ ਸੇਵਾ, ਇਹ ਸੇਵਾ ਤੇ ਅੱਛੀ ਹੋ ਗਈ। ਇਸ ਤੋਂ ਇਲਾਵਾ ਤੁਸੀਂ ਮਾਲ ਵੀ ਅੱਛਾ ਰੱਖਿਆ, ਕੋਈ ਚੰਗੀ ਨਸਲ ਰੱਖੀ? ਹਾਂਜੀ। ਇਹ ਕਿਹੜੇ ਨਸਲ ਦੇ ਜਾਨਵਰ ਰੱਖੇ ਜੇ? ਸਾਨੂੰ ਆਪਣੇ ਮੱਝਾਂ ਦੇ ਬਾਰੇ ਦੱਸੋ, ਇੱਕ ਇੱਕ ਮੱਝ ਕਰਕੇ ਦੱਸੋ ਇਹਨਾਂ ਨਸਲ ਕਿਹੜੀ ਹੈ ਤੇ ਲਿਆਨੀਆਂ ਕਿੱਥੋਂ ਹਜੇ? ਚਲੋ ਭਾਈ ਜਾਨ ਇਹ ਲਿਆਂਦੀ ਜੇ, ਇਹ ਵੀ ਉਕਾ ਦਿਓ ਲਿਆਂਦੀ ਜੇ। ਇਹ ਵੀ ਉਕਾ ਦਿਓ ਲਿਆਂਦੀ ਜੇ ਛੋਟੀ ਮਾਸ਼ਾਅੱਲਾ। ਅੱਛਾ, ਇਹ ਵੀ ਉਕਾ ਦਿਓ। ਕਿੰਨੇ ਦੀ ਮਿਲੀ ਹਜੇ? ਇਹ ਲਿਆਂਦੇ ਸਰ 240 ਦੀ। 240। ਇਹ ਕਿੰਨਵੇਂ ਸੂਏ ਵੇ ਹੁਣ? ਇਹ ਦੂਸਰੇ ਸੂਏ ਜੇ। ਤੇ ਸਰ ਇਸ ਟਾਈਮ ਕਿੰਨਾ ਦੁੱਧ ਦੇ ਰਹੀ ਹੈ? ਇਹਦੇ ਥੱਲੇ ਇਸ ਟਾਈਮ 16 ਗੱਡੀਆਂ ਦੁੱਧ ਦੇ। 16 ਗੱਡੀਆਂ? 16 ਗੱਡੀਆਂ ਦੁੱਧ ਮਾਸ਼ਾਅੱਲਾ। ਤੇ ਅੱਗੂ ਗੱਬਣ ਹੈ ਕਿ ਨਹੀਂ? ਨਹੀਂ, ਸਜਰੀ ਜੇ। ਅੱਛਾ, ਸਜਰੀ ਹੈ ਮਾਸ਼ਾਅੱਲਾ। ਤੇ ਇਹ ਜਿਹੜੀ ਸਰ ਮੈਂ ਇਹ ਜਿਹੜੀ ਮੱਝ ਇਹਦੇ ਥੱਲੇ 10 ਗੱਡੀਆਂ ਦੁੱਧ ਜੇ ਤੇ 4 ਮਹੀਨਿਆਂ ਦੇ ਗਸੂਣ ਵਾਲੀ ਜੇ। ਅੱਛਾ ਮਾਸ਼ਾਅੱਲਾ, ਯਾਨੀ ਕਿ 4 ਮਹੀਨੇ ਨੂੰ ਗੱਬਣ ਵੀ ਹੋ ਗਏ ਨੇ ਤੇ 10 ਕਿਲੋ ਦੁੱਧ ਵੀ ਦੇ ਰਹੀ ਹੈ। ਕਿਹੜੀ ਨਸਲ ਜੇ ਇਹਦਾ? ਨਹੀਂ ਕਿਤੋਂ ਹਜੇ? ਇਹ ਵੀ ਉਕਾ ਦਿਓ ਲਿਆਂਦੀ। ਕਿੰਨੇ ਦੀ ਮਿਲੀ ਹਜੇ? ਇਹ 2,40,000 ਦੀ। ਜ਼ਬਰਦਸਤ। ਉਹ ਵੀ 40 ਦੀ, ਇਹ ਵੀ 40 ਦੀ। ਤੇ ਇਹ ਵਾਲੀ? ਇਹ 3,10,000 ਦੀ। 3,10,000 ਦੀ। ਇਹ ਕਿਹੜੀ ਨਸਲ ਹੈ? ਮਹਿੰਗੀ ਕਿਉਂ ਹੈ? ਇਹਦਾ ਰਿਕਾਰਡ ਹੈ ਕਿ 22-24 ਗੱਡੀਆਂ ਦੁੱਧ ਦਿੰਦੀ ਹੈ। ਗਾਵਾਂ ਦਾ ਤੁਸੀਂ ਰਿਕਾਰਡ ਸੁਣਿਆ ਹੈ, ਮਾਈ ਦਾ ਰਿਕਾਰਡ ਹੈ ਕਿ 22-24 ਗੱਡੀਆਂ ਦੁੱਧ ਦਿੰਦੀ ਹੈ। ਅੱਛਾ, ਤੁਹਾਡੇ ਕੋਲ ਇੰਨਾ ਦੁੱਧ ਦਿੱਤਾ ਨੇ? ਸਾਡੇ ਕੋਲ ਇੰਨਾ ਦੁੱਧ ਦਿੱਤਾ ਹੈ। ਇਸ ਟਾਈਮ ਕਿੰਨਾ ਦੁੱਧ ਹੈ? ਇਸ ਟਾਈਮ ਇਹਦੇ ਥੱਲੇ 14 ਗੱਡੀਆਂ ਦੁੱਧ ਦੇ ਤੇ 5ਵਾਂ ਮਹੀਨਾ ਲੱਗਾ ਹੈ ਸੂਣ ਵਾਲੇ ਨੂੰ। 14 ਗੱਡੀਆਂ ਹੁਣ ਵੀ? ਹੁਣ ਦੁੱਧ ਦੇ ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ 5ਵਾਂ ਮਹੀਨਾ ਲੱਗਾ ਸੂਣ ਵਾਲੇ ਨੂੰ। ਤੇ ਜਿਹੜੀ ਸਰ ਅਗਲੀ ਮੈਂ ਇਹ ਜਿਹੜੀ ਮੱਝ ਇਹ 7ਵਾਂ ਮਹੀਨਾ ਲੱਗਾ ਸੂਣ ਵਾਲੀ ਨੂੰ ਤੇ ਇਹਦੇ ਥੱਲੇ 7 ਗੱਡੀਆਂ ਦੁੱਧ ਦੇ। 7 ਗੱਡੀਆਂ? 7 ਗੱਡੀਆਂ। ਸਜਰੀ ਥੱਲੇ ਕਿੰਨਾ ਹਜੇ? ਇਹਦੇ ਸਜਰੀ ਥੱਲੇ 20-21 ਉਹਦੇ ਨਾਲ ਘੱਟ ਸੀ, ਮੁੱਲ ਇਹਦਾ ਜ਼ਿਆਦਾ ਜੇ। ਕਿਹੜੀ ਜਗ੍ਹਾ ਲੈ ਕੇ ਆਏ ਹੋ? ਇਹ ਲਿਆਂਦੀ ਸਾਡੀ ਨੀਲੀ ਚੋਂ। ਤੇ ਕਿੰਨਾ ਮੁੱਲ ਇਹਦਾ? ਇਹਦਾ 3,20,000, ਉਹਦਾ 3,10,000। ਇਹਨਾਂ ਚ ਸਾਰਿਆਂ ਚ ਬਿਹਤਰ ਨਸਲ ਜਿਹੜੀ ਉਹ ਕਿਹੜੀ ਪਾਈ ਹੈ? ਨੀਲੀ ਤੇ ਉਕਾੜਾ। ਨੀਲੀ ਤੇ ਉਕਾੜਾ? ਹਾਂਜੀ। ਕੀ ਉਹਦੀ ਖਾਸ ਵਜ੍ਹਾ ਹੈ, ਕਿਉਂ ਉਹਨੂੰ ਬਿਹਤਰ ਪਾਇਆ ਜੇ? ਭਾਜੀ ਉਹ ਤੁਹਾਡੇ ਸਾਹਮਣੇ ਦੀ ਗੱਲ ਹੈ। 20-22 ਗੱਡੀਆਂ ਗਾਵਾਂ ਦਾ ਦੁੱਧ ਸੁਣਿਆ, ਮੇਰੀਆਂ 20-22 ਮੱਝਾਂ ਦੁੱਧ ਦਿੰਦੀਆਂ। 20-22 ਕਿਲੋ ਮੱਝਾਂ ਦੁੱਧ ਦਿੰਦੀਆਂ। ਜਿੱਥੇ ਜਿੱਥੇ ਸੁਣਿਆ ਹੋਏਗਾ ਮੱਝ 15-16 ਤੇ ਜਾਂਦੀ ਹੈ ਤਾਂ ਮੱਝ ਦਾ ਜ਼ੋਰ ਹੋ ਜਾਂਦਾ। ਮੇਰੀਆਂ 3 ਮੱਝਾਂ 20-22 ਕਿਲੋ ਦੁੱਧ ਦਿੰਦੀਆਂ। ਅੱਛਾ ਭਾਈ ਜਾਨ ਮਾਸ਼ਾਅੱਲਾ, ਤੁਹਾਡੇ ਸਾਰੇ ਜਾਨਵਰ ਇਹ ਖੂਬਸੂਰਤ ਵੀ ਨੇ ਤੇ ਉਹਨਾਂ ਦੀ ਦੁੱਧ ਦੀ ਪੈਦਾਵਾਰ ਵੀ ਅੱਛੀ ਹੈ। ਤੁਸੀਂ ਖਰੀਦਦਾਰੀ ਇਹਨਾਂ ਦੀ ਖੁਦ ਕਰਦੇ ਹੋ। ਸਾਡੇ ਨਾਜ਼ਰੀਨ ਨੂੰ ਇਹ ਦੱਸੋ, ਜਦੋਂ ਤੁਸੀਂ ਮੈਂ ਖਰੀਦਣ ਜਾਂਦੇ ਹੋ, ਮੈਂ ਦੀ ਕਿਹੜੀਆਂ ਚੀਜ਼ਾਂ ਕਿਹੜੀਆਂ ਖੂਬੀਆਂ ਵੇਖ ਕੇ ਤੁਸੀਂ ਮੈਂ ਲੈਂਦੇ ਹੋ? ਇੱਕ ਮੱਝ ਦੀ ਕੌਲੀ ਛੋਟੀ ਹੋਏ, ਦੂਸਰਾ ਮੁੱਠੀ ਥਣ ਹੋਏ, ਚੱਡਾ ਮੱਝ ਦਾ ਸੋਹਣਾ ਹੋਏ, ਸਿੰਘ ਮੱਝ ਦਾ ਕੁੰਡਾ ਹੋਏ। ਇਹ 3-4 ਚੀਜ਼ਾਂ ਵੇ ਨਾ ਤੇ ਚੁਆ ਮੱਝ ਦਾ ਚੰਗਾ ਹੋਏ। ਅੱਛਾ, ਮੱਝ ਕਿੰਨੇ ਟਾਈਮ ਚੋਂਦੇ ਹੋ ਲੈਣ ਪਹਿਲੇ?
ਜਿਹਦੀ ਮਾਈ ਥੱਲੇ 20-21 ਕਿਲੋ 22 ਕਿਲੋ ਦੁੱਧ ਦੇ ਉਹਨੂੰ 3 ਟਾਈਮ ਚੋਨੇ ਆ। ਜਿਹਦੀ ਮਾਈ ਥੱਲੇ 14 ਕਿਲੋ 13 ਕਿਲੋ ਦੁੱਧ ਦੇ ਉਹਨੂੰ 2 ਟਾਈਮ ਚੋਨੇ। ਅੱਛਾ, ਇਸ ਟਾਈਮ ਸਰ ਤੁਹਾਡੇ ਕੋਲ ਟੋਟਲ ਕਿੰਨੇ ਜਾਨਵਰ ਨੇ? ਟੋਟਲ 10 ਜਾਨਵਰ। 10 ਜਾਨਵਰਾਂ ਚੋਂ ਰੋਜ਼ਾਨਾ ਦੇ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? 6 ਜਾਨਵਰਾਂ ਦਾ ਕਿੰਨਾ ਰੋਜ਼ਾਨਾ ਦਾ ਦੁੱਧ ਹੋ ਜਾਂਦਾ ਹੈ? 60 ਕਿਲੋ। ਮਾਸ਼ਾਅੱਲਾ 60 ਕਿਲੋ। ਹਾਂਜੀ। ਇਹ ਇੱਕ ਦਿਨ ਦਾ? ਹਾਂਜੀ। ਤੇ ਕੁਝ ਘਰ ਵੀ ਰੱਖਦੇ ਹੋ? 7 ਕਿਲੋ ਘਰ ਰੱਖਣੇ। ਅੱਛਾ, ਯਾਨੀ ਟੋਟਲ ਤੁਹਾਨੂੰ ਰੋਜ਼ਾਨਾ ਦਾ ਤਕਰੀਬਨ 67 ਕਿਲੋ ਮਿਲਦਾ ਦੁੱਧ। ਹਾਂਜੀ। ਤੇ ਦੁੱਧ ਦਾ ਕੀ ਰੇਟ ਮਿਲਦਾ ਪਿਆ ਇੱਥੇ? 80 ਰੁਪਏ। ਇਹ ਦੁੱਧ ਹੀ ਲੈ ਕੇ ਜਾਂਦਾ ਹੈ? ਹਾਂਜੀ। ਅੱਛਾ, ਇਹ ਸਰ ਇਹ ਦੱਸੋ ਕਿ ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਰੂਟੀਨ ਕੀ ਰੱਖੀ? ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਚਾਰੇ ਵਿੱਚ ਖੁਸ਼ਕ ਚਾਰਾ ਕੀ ਹੈ, ਸਬਜ਼ ਚਾਰਾ ਕੀ ਹੈ, ਤੇ ਵੰਡਾ ਕਿਹੜਾ ਖਿਲਾ ਰਹੇ ਹੋ? ਤੂਰੀ, ਕਣਕ ਤੇ ਸਟਾਲਾ। ਤੂਰੀ, ਕਣਕ ਤੇ ਸਟਾਲਾ, ਇਹ ਤਰ੍ਹਾਂ ਐਵੇਂ ਚੀਜ਼ਾਂ ਰਲਾ ਕੇ ਪਾਈ ਦੀਆਂ ਨੇ। ਤੇ 2 ਕਿਲੋ ਵੰਡਾ ਸਵੇਰ ਤੇ 2 ਕਿਲੋ ਸ਼ਾਮੀ। ਇਹ ਵੰਡਾ ਪਾਈਦਾ ਤੇ ਸ਼ਾਮ ਨੂੰ ਫੀ ਮੱਝ ਨੂੰ, ਗੱਭਣ ਨੂੰ, ਸਜਰੀ ਨੂੰ, ਖੰਗਰੀ ਨੂੰ ਪਾ ਤੇਲ, ਪਾ ਦੁੱਧ ਤੇ ਪਾ ਗੁੜ, ਇਹ ਸ਼ਾਮ ਨੂੰ ਦੇਈਦਾ। ਰੋਜ਼ਾਨਾ ਇੱਕ ਦਿਨ ਛੱਡ ਕੇ ਇੱਕ ਦਿਨ। ਅੱਛਾ, ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸਿਆ ਤੇਲ ਗੁੜ ਵਗੈਰਾ, ਇਹਦਾ ਕੀ ਵਜ੍ਹਾ ਹੈ, ਕਿਉਂ ਦਿੰਦੇ ਹੋ? ਇਹਦੇ ਨਾਲ ਸਾਰੀਆਂ ਮੱਝਾਂ ਦੀ ਜਿਲਦ ਵੇਖ ਲੋ ਲੋਈ ਬੈਠੀ ਏ। ਬਿਲਕੁਲ ਸਹੀ ਤੇ ਰੰਗ ਵੇਖ ਲੋ ਸ਼ਾਹ ਕਾਲਾ। ਸਿਰਫ ਇਹ ਮੱਝ ਸਜਰੀ ਏ, ਇਹਦਾ ਰੰਗ 'ਚ ਤਬਦੀਲੀ ਹੈ ਖੁਸ਼ਕ। ਦੂਜੀਆਂ ਜਿੰਨੀਆਂ ਮੱਝਾਂ ਵੇਖ ਲੋ, ਮੱਝਾਂ ਦੀਆਂ ਕੰਡਾਂ ਕਾਲੀਆਂ ਨੇ। ਇੱਕ ਮੱਝ ਦੀ ਕੰਡ ਕਾਲੀ ਹੋਏਗੀ, ਦੂਸਰਾ ਮੱਝ ਦੀ ਵਾਲ ਜਿਹਦੇ ਨੇ ਬੈਠੇ ਹੋਣਗੇ, ਲੋਈ ਬੈਠੀ ਹੋਏਗੀ। ਅੱਛਾ, ਤੇ ਦੁੱਧ ਦੀ ਮਕਦਾਰ ਵੀ ਜ਼ਿਆਦਾ ਆਏਗੀ। ਜਦੋਂ ਮੱਝ ਦੀ ਲੋਈ ਬੈਠੀ ਹੋਏ ਉਹਦੀ ਮਕਦਾਰ ਵੀ ਜ਼ਿਆਦਾ ਹੋ ਜਾਂਦੀ। ਜ਼ਿੰਦਾਬਾਦ। ਯਾਨੀ ਕਿ ਚੀਜ਼ ਦੇਣ ਦਾ ਫਾਇਦਾ ਹੈ ਕਿ ਉਹ ਦੁੱਧ ਵੀ ਜ਼ਿਆਦਾ ਮਿਲਦਾ ਹੈ। ਹਾਂਜੀ। ਤੇ ਸਰ ਜਿਹੜਾ ਤੁਸੀਂ ਵੰਡਾ ਇਸਤੇਮਾਲ ਕਰਦੇ ਹੋ ਪਏ, ਉਹ ਆਪਣਾ ਤਿਆਰ ਕੀਤਾ ਹੈ ਜਾਂ ਕਿਸੇ ਕੰਪਨੀ ਦਾ? ਕਿਸੇ ਕੰਪਨੀ ਦਾ। ਇਹ ਕਿਹੜੀ ਕੰਪਨੀ ਹੈ? 5 ਸਟਾਰ KB 90। ਅੱਛਾ, ਇਹ ਦੱਸੋ ਕਿ ਚਾਰਾ ਤੁਹਾਡਾ ਆਪਣਾ ਘਰ ਦਾ ਹੈ ਜਾਂ ਕਿ ਮੁੱਲ ਲੈਂਦੇ ਹੋ? ਘਰ ਦਾ ਵੀ ਭਾਈ ਜਾਨ, ਜਦੋਂ ਖਤਮ ਹੋ ਜਾਏ ਮੁੱਲ ਦਾ ਵੀ ਲੈਣਾ ਪੈਂਦਾ। ਅਗਰ ਚਾਰਾ ਘਰ ਦਾ ਹੋਏ ਤੇ ਫਿਰ ਇੱਕ ਮੈਂ ਉੱਤੇ ਰੋਜ਼ਾਨਾ ਦਾ ਕਿੰਨਾ ਖਰਚਾ ਹੁੰਦਾ ਹੈ? ਅਗਰ ਚਾਰਾ ਖਰੀਦਣਾ ਪਏ ਤੇ ਫਿਰ ਕਿੰਨਾ ਖਰਚਾ ਹੈ? ਜੇ ਚਾਰਾ ਘਰ ਦਾ ਹੋਏ ਤੇ ਫਿਰ 400 ਰੁਪਇਆ ਖਰਚਾ ਹੁੰਦਾ। ਜੇ ਚਾਰਾ ਮੁੱਲ ਲੈ ਕੇ ਪਾਣਾ ਪਵੇ ਤੇ ਫਿਰ 600 ਰੁਪਇਆ ਖਰਚਾ ਹੁੰਦਾ। 600 ਖਰਚਾ ਹੁੰਦਾ? 600 ਖਰਚਾ। ਜਿਹੜੀ ਮੈਂ 400 ਜਾਂ 600 ਖਾਂਦੀ ਏ ਉਹ ਮਾਲਕ ਨੂੰ ਕੀ ਦੇਈ ਜਾਂਦੀ ਹੈ? ਜਿਹਦੀ ਮੱਝ ਦੇ ਥੱਲੇ 20 ਕਿਲੋ ਦੁੱਧ ਦਿਓ 1200 ਰੁਪਇਆ ਦੇ ਛੱਡਦੀ ਹੈ। ਜਿਹਦੀ ਮੱਝ ਥੱਲੇ 12-13 ਕਿਲੋ ਦੁੱਧ ਦਿਓ ਉਹ 300-400 ਦੇ ਛੱਡਦੀ। ਬਚਤ ਤੁਹਾਡਾ ਇਸ ਟਾਈਮ ਮਾਸ਼ਾਅੱਲਾ 60 ਕਿਲੋ ਦੁੱਧ ਸੇਲ ਹੁੰਦਾ ਪਿਆ। ਹਾਂਜੀ। ਇਹਦੇ ਵਿੱਚ ਤੁਹਾਡੀ ਕਿੰਨੀ ਬਚਤ ਹੈ ਤੇ ਕਿੰਨਾ ਖਰਚਾ ਹੈ? 60 ਕਿਲੋ ਦੁੱਧ ਦੇ ਵਿੱਚ ਸਮਝ ਲਓ 30 ਕਿਲੋ ਦੁੱਧ ਮੱਝਾਂ ਦੇ ਲੱਗਦਾ ਹੈ। ਜਿਹਦੀ ਬਚਤ ਹੈ ਉਹ ਟੋਟਲ 30 ਕਿਲੋ ਜਿਹੜਾ ਮੱਝਾਂ ਦੇ ਲੱਗਦਾ ਹੈ, 30 ਕਿਲੋ ਦੀ ਸਾਨੂੰ ਬਚਤ। ਅੱਛਾ, 30 ਕਿਲੋ ਬਚਤ ਹੈ ਤੇ 7 ਕਿਲੋ ਘਰ ਦੁੱਧ ਵੀ ਮਿਲ ਜਾਂਦਾ ਹੈ। ਹਾਂਜੀ। ਮਾਸ਼ਾਅੱਲਾ, ਯਾਨੀ ਕਿ ਅੱਧੀ ਬਚਤ ਹੈ ਤੇ ਅੱਧਾ ਖਰਚਾ ਹੈ। ਹਾਂਜੀ। ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਛੋਟੇ ਜਾਨ ਨੇ, ਇਹ ਵੀ ਕੋਈ ਬਚਤ ਦਿੰਦੇ ਨੇ ਕਿ ਨਹੀਂ? ਇਹ ਤੁਹਾਡੇ ਸਾਹਮਣੇ ਗਿਆ 3 ਜਹਾਜ਼। ਅੱਛਾ। ਤੇ 2 ਜਹਾਜ਼ ਠੰਡ ਨਾਲ ਮਰ ਗਿਆ ਜੀ। ਇਹ ਮੱਝ ਸੱਜਰੀ ਜੇ ਇਹਦਾ ਵੀ ਠੰਡ ਨਾਲ ਮਰ ਗਿਆ, ਝੋਟੀ ਸੱਜਰੀ ਇਹਦਾ ਵੀ ਠੰਡ ਨਾਲ ਮਰ ਗਿਆ। ਅੱਛਾ, 3 ਬਚ ਗਏ ਨੇ। ਹਾਂਜੀ। ਤੇ ਇਹਨਾਂ ਦਾ ਕੀ ਕਰਦੇ ਹੋ? ਤਿਆਰ ਕਰਕੇ ਸੇਲ ਕਰਦੇ ਹੋ ਜਾਂ ਆਪਣੀ ਇੱਥੇ ਫਾਰਮ ਤੇ ਜਾਨਵਰ ਵਧਾਉਂਦੇ ਹੋ? ਨਹੀਂ, ਤਿਆਰ ਕਰਕੇ ਸੇਲ ਕਰਦੇ ਨੇ। ਅੱਛਾ ਸਰ, ਜਿਉਂ ਤੁਸੀਂ 16 ਜਾਨਵਰ ਰੱਖਿਆ ਨਾ, ਉਦੋਂ ਜ਼ਿਆਦਾ ਬਚਤ ਹੁੰਦੀ ਕਿ ਹੁਣ ਜ਼ਿਆਦਾ ਬਚਤ ਜੇ? ਹੁਣ ਜ਼ਿਆਦਾ ਬਚਤ। ਤੁਹਾਡਾ ਕੀ ਖਿਆਲ ਹੈ, ਬੰਦੇ ਨੂੰ ਜਾਨਵਰ ਜ਼ਿਆਦਾ ਰੱਖਣੇ ਚਾਹੀਦੇ ਨੇ ਕਿ ਕਮ ਜਾਨਵਰ ਰੱਖਣੇ ਚਾਹੀਦੇ ਨੇ? ਜ਼ਿਆਦਾ ਵੀ ਰੱਖਣੇ ਚਾਹੀਦੇ ਨੇ ਜੇ ਬੰਦੇ ਨੂੰ ਪੂਰੇ ਆਇਆ ਜਾਏ। ਜ਼ਿਆਦਾ ਜਿੰਨਾ ਵਧਾਓਗੇ ਓਨੀ ਬਚਤ ਹੈ। ਲੇਕਿਨ ਇਹ ਜ਼ਿਹਨ 'ਚ ਰੱਖੋ ਕਿ ਤੁਸੀਂ ਵਧਾਉਣ ਡਿਆ ਹੋ, ਤੁਹਾਡੇ ਕੋਲ ਪੂਰਿਆਂ ਵੀ ਆਇਆ ਜਾਂਦਾ ਤੇ ਨਹੀਂ। ਮੈਂ ਡੰਗਰ ਵਧਾਏ ਸਨ, ਮੈਂ ਆਪਣਾ ਤਜਰਬਾ ਦੱਸਣਾ ਪਿਆ। ਮੇਰੇ ਕੋਲ ਪੂਰਿਆਂ ਨਹੀਂ ਸੀ ਆਇਆ ਜਾਂਦਾ, ਮਾਲ ਭੁੱਖਾ ਰਹਿੰਦਾ ਸੀ, ਦੁੱਧ ਦੀ ਮਕਦਾਰ ਘਟਦੀ ਸੀ। ਡੰਗਰ ਵੇਚ ਕੇ ਚੰਗੇ ਡੰਗਰ ਲੈਣੇ ਤਾਂ ਮਕਦਾਰ ਵੱਧ ਗਈ ਹੈ ਦੁੱਧ ਦੀ। ਤੇ ਸਾਡੇ ਕੋਲ ਪੂਰਿਆਂ ਵੀ ਆਇਆ ਜਾਂਦਾ। ਅੱਗੇ ਸਾਡੇ ਕੋਲ ਮਾਲ ਜ਼ਿਆਦਾ ਸੀ, ਪੂਰਿਆਂ ਨਹੀਂ ਸੀ ਆਇਆ ਜਾਂਦਾ। ਇਸ ਵਜ੍ਹਾ ਤੋਂ ਸਾਡੇ ਕੋਲ ਮਕਦਾਰ ਦੁੱਧ ਦੀ ਘੱਟ ਸੀ। ਮਾਸ਼ਾਅੱਲਾ, 10 ਜਾਨਵਰਾਂ ਵਾਸਤੇ ਮੁਲਾਜ਼ਮ ਕਿੰਨੇ ਰੱਖੇ ਜੇ? ਇੱਕ। ਕੀ ਤਨਖਾਹ ਦੇ ਰਹੇ ਉਹਨੂੰ? 14,000। ਅੱਛਾ ਭਾਈ, ਅੱਜ ਕੱਲ ਜਿਹੜਾ ਮੇਨ ਮਸਲਾ ਚੱਲ ਰਿਹਾ ਮੁਲਾਜ਼ਮਾਂ ਚੱਲ ਰਿਹਾ ਵੇ ਨੌਕਰਾਂ ਦਾ, ਉਹ ਕਿੰਝ ਹੱਲ ਕਰ ਦਿਓ ਅਗਰ ਖੁਦਾ ਨਾ ਚਲਾ ਵੀ ਜਾਏ ਤੇ? ਮੈਂ ਭਾਈ ਪਹਿਲਾਂ ਅਸੀਂ ਇਕੱਠੇ ਹੀ ਸਾਂ, ਹੁਣ ਅਸੀਂ ਅਲੱਗਾ ਹੋਏ ਹਾਂ। 2 ਸਾਲ ਹੋ ਗਏ ਨੇ, ਇੱਕੋ ਹੀ ਬੰਦਾ ਮੈਂ ਹੀ ਰੱਖਿਆ। ਬੰਦਾ 2 ਸਾਲਾਂ ਦੇ ਵਿੱਚ ਮੈਂ ਤਬਦੀਲ ਨਹੀਂ ਕੀਤਾ। ਕੀ ਰਿਹਾਸ ਵਜ੍ਹਾ ਤੁਹਾਡੇ ਕਿਉਂ ਰੁਕਿਆ ਵੇ? ਨਹੀਂ ਤਾਂ ਹੁਣ ਨਹੀਂ। ਜਦੋਂ ਅਸੀਂ ਇਕੱਠੇ ਵੀ ਸਾਂ ਉਦੋਂ ਵੀ ਬੰਦਾ ਸਾਡੇ ਕੋਲ ਨਹੀਂ ਸੀ ਜਾਂਦਾ। ਬਈ ਬੰਦੇ ਨੂੰ ਇੱਕ ਸਭ ਤੋਂ ਵੱਡਾ ਤਜਰਬਾ ਹੈ ਕਿ ਜੇ 14,000 ਬੰਦੇ ਦੀ ਤਨਖਾਹ ਹੈ ਨਾ ਤੇ 14,000 ਉਹਨੂੰ ਦੇ ਛੱਡੋ। 14,000 ਉਹਨੂੰ ਦੇ ਛੱਡੋ। ਜਿਹੜਾ 100 ਦਿਓ, 50 ਦਿਓ, 200 ਦਿਓ, ਲਿਖਿਆ ਨਾ ਜਾਏ। ਹੁਣ ਤੁਸੀਂ ਆਏ, ਤੁਹਾਡੀ ਜਗ੍ਹਾ ਕੋਈ ਹੋਰ ਆਈ ਜਾਂਦਾ, ਮੈਂ ਉਹਨੂੰ ਦੇਣਾ ਬੋਤਲ ਲੈ ਕੇ ਆ, ਉਹਨੂੰ 20 ਰੁਪਏ 40 ਰੁਪਏ ਬਚਣੇ ਨੇ। ਮੈਂ ਉਹਦੇ ਕੋਲ ਵੀ ਨਹੀਂ ਮੰਗਣੇ। ਮੇਰੇ ਕੋਲ ਰੋਜ਼ 50 ਲਵੇ, 100 ਲਵੇ, ਮੈਂ ਉਹਦੇ ਕਿਸੇ ਖਾਤੇ 'ਚ ਨਹੀਂ ਪਾਣੇ। ਇਸ ਵਜ੍ਹਾ ਤੋਂ ਬੰਦਿਆਂ ਦੀ ਤਨਖਾਹ ਵੀ ਪੂਰੀ ਦਿੱਤੀ ਜਾਂਦੀ ਹੈ, ਜਿਹੜਾ ਖਰਚਾ ਹੈ ਉਹ ਵੀ ਪੂਰਾ ਕੀਤਾ ਜਾਂਦਾ।
ਜੇ ਖਰਚਾ ਆਖੀਏ 100 ਰੁਪਇਆ ਲਿਆ ਤੂੰ 200 ਰੁਪਇਆ ਲਿਆ ਹਿਸਾਬ 'ਚ ਪੈ ਗਿਆ ਤੇ ਫਿਰ ਬੰਦੇ ਨਹੀਂ ਰਹਿੰਦੇ। ਜ਼ਿੰਦਾਬਾਦ ਜੀ, ਯਾਨੀ ਕਿ ਮਾਲਕ ਨੂੰ ਜ਼ਿੰਦਾ ਦਿਲ ਹੋਣਾ ਪੈਂਦਾ ਹੈ। ਹਾਂ। ਅੱਛਾ ਸਰ, ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਇਹ ਦੱਸੋ ਕਿ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਲੱਗਦੀ ਹੈ ਤੇ ਤੁਸੀਂ ਉਹਨਾਂ ਦੇ ਕਿਹੜੇ ਕੋਈ ਦੇਸੀ ਇਲਾਜ ਕਰਦੇ ਹੋ? ਇੱਕ ਭਾਈ ਸਭ ਤੋਂ ਜ਼ਿਆਦਾ ਬਿਮਾਰੀ ਲੱਗਦੀ ਹੈ ਥਣ ਖਰਾਬ ਹੁੰਦੇ। ਅੱਛਾ, ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇੱਕ ਮੌਸਮ ਨਾਲ ਹੈ, ਇੱਕ ਵੰਡੇ ਨਾਲ ਹੈ, ਇੱਕ ਪੱਠਾ ਜਿਹੜਾ ਪੈਂਦਾ ਹੈ। ਜਦੋਂ ਪੱਠਾ ਖੁਸ਼ਕ ਹੁੰਦਾ ਹੈ, ਖੁਸ਼ਕ ਪੱਠਾ ਹੋਇਆ ਤੇ ਮੱਝ ਦੇ ਥਣ ਖਰਾਬ ਹੁੰਦੇ ਨੇ। ਉਹ ਥਣ ਖਰਾਬ ਹੁੰਦੇ ਨੇ, ਫਿਰ ਟੀਕੇ ਵਗੈਰਾ ਲਾਈਦੇ ਨੇ, ਠੀਕ ਹੋ ਜਾਂਦੇ। ਇਹਦੀ ਕੋਈ ਇਹਤਿਆਤੀ ਤਦਾਬੀਰ? ਜਦੋਂ ਤੇਲ ਘਟਾ ਛੜੀਏ ਮੱਝ ਵੱਲ ਧਿਆਨ ਨਾ ਦੇਈਏ, ਉਦੋਂ ਮੱਝ ਦੇ ਦੁੱਧ ਦੀ ਮਕਦਾਰ ਵੀ ਘਟਦੀ ਹੈ ਤੇ ਮੱਝ ਨੂੰ ਕੋਈ ਨਾ ਕੋਈ ਨੁਕਸ ਵੀ ਪੈਂਦਾ। ਜੇ ਬੰਦਾ ਟਾਈਮ ਨਹੀਂ ਦਿੰਦਾ, ਤੁਸੀਂ ਟਾਈਮ ਨਹੀਂ ਦੇ ਸਕਦੇ, ਪਾਣੀ 'ਚ ਵਾਧਾ ਘਾਟਾ ਹੋ ਜਾਂਦਾ, ਫਿਰ ਵੀ ਮੱਝ ਦੁੱਧੋਂ ਵੀ ਘਟ ਜਾਏਗੀ ਤੇ ਕੋਈ ਨਾ ਕੋਈ ਅਸਰ ਵੀ ਉਹਨੂੰ ਹੋ ਜਾਏਗਾ। ਜਦੋਂ ਤੁਸੀਂ ਪੂਰਾ ਟਾਈਮ ਦਿਓਗੇ ਫਿਰ ਮਾਲ ਦੁੱਧੋਂ ਵੀ ਵਧੇਗਾ ਤੇ ਉਹਦੀ ਸਿਹਤ ਵੀ ਠੀਕ ਰਹੇਗੀ। ਇਹ ਤੁਹਾਡੇ ਤੇ ਡਿਪੈਂਡ ਹੈ। ਠੀਕ ਹੈ, ਇਹ ਤੇ ਹੋ ਗਿਆ ਨਾ ਥਣਾ ਦੀ ਬਿਮਾਰੀ। ਇਸ ਤੋਂ ਇਲਾਵਾ ਜਾਨਵਰਾਂ ਨੂੰ ਹੋਰ ਕਿਹੜੀ ਜ਼ਿਆਦਾਤਰ ਬਿਮਾਰੀ ਹੁੰਦੀ ਹੈ? ਬੁਖਾਰ ਹੁੰਦਾ ਹੈ, ਉਹਦਾ ਕੋਈ ਦੇਸੀ ਇਲਾਜ ਕਰਦੇ? ਮੱਝ ਸਰਦ ਗਰਮ ਹੋ ਜਾਂਦੀ ਹੈ। ਅੱਛਾ, ਬੁਖਾਰ ਤੇ ਸਰਦ ਗਰਮ ਦਾ ਕੀ ਇਲਾਜ ਹੈ? ਸਰਦ ਗਰਮ ਦਾ ਇਲਾਜ ਹੈ ਵੇ ਕਿ ਉਹਨੂੰ ਦੁੱਧ ਘਿਓ ਦਿਓ। ਅੱਛਾ, ਦੁੱਧ ਘਿਓ ਨਾਲ ਮਾਲ ਅੰਦਰ ਬੰਨੋ ਤੇ ਠੀਕ ਹੋ ਜਾਏਗਾ। ਦੁੱਧ ਘਿਓ ਕਿੰਜ ਦੇਣਾ ਹੈ? ਗਰਮ ਕਰਕੇ ਬਾਲਾ ਦਵਾ ਕੇ। ਅੱਛਾ, ਦੁੱਧ 'ਚ ਘਿਓ ਪਾ ਲੈਣਾ ਹੈ ਦੇਸੀ? ਹਾਂਜੀ, ਵਿੱਚ ਚੀਨੀ ਪਾ ਲੈਣੀ। ਤੇ ਅਗਰ ਬੁਖਾਰ ਹੋਇਆ ਫਿਰ ਵੀ ਇਹੀ ਦੇਣਾ ਹੈ? ਜੇ ਥਣ ਖਰਾਬ ਹੋਏ ਤੇ ਫਿਰ ਵੀ ਦੁੱਧ ਘਿਓ ਦਿਓ। ਜੇ ਬੁਖਾਰ ਹੋਇਆ ਤੇ ਟਰਾਈ ਐਕਸਲ ਟੀਕਾ ਮਿਲਦਾ। ਥਣ ਖਰਾਬ ਹੋਏ ਤੇ ਫਿਰ ਟਰਾਈ ਐਕਸਲ ਟੀਕਾ ਮਿਲਦਾ, ਉਹ ਟੀਕਾ ਲਾਓ। ਤੇ 12-20 ਕੁਐਲ ਤੇ 5 ਗ੍ਰਾਮ ਦਾ ਟੀਕਾ ਮਿਲਦਾ। ਉਹ ਬੁਖਾਰ ਹੋਏ ਤੇ ਉਹ ਟੀਕਾ ਲਾਓ, ਨਾਲ ਗੁੜ ਦਿਓ, ਗੰਢੇ ਦਿਓ ਤੇ ਇਨਸ਼ਾਅੱਲਾ ਠੀਕ ਹੋ ਜਾਏਗਾ। ਅੱਛਾ ਪਿਆਰੇ ਭਾਈ, ਇੰਨੇ ਜਾਨਵਰਾਂ ਵਾਸਤੇ ਤੁਸੀਂ ਮਾਸ਼ਾਅੱਲਾ ਪੱਠੇ ਕਿੰਨੇ ਬੀਜੇ ਜੇ? 3 ਕਿੱਲੇ। 3 ਕਿੱਲੇ ਪੱਠੇ ਪੂਰੇ ਆ ਜਾਂਦੇ ਜੇ? ਪੱਠੇ ਤੇ ਭਾਈ 2 ਕਿੱਲੇ ਵੀ ਹੋਣ ਤੇ ਪੂਰੇ ਆ ਜਾਂਦੇ ਨੇ, ਲੇਕਿਨ ਮੌਸਮ ਤੇ ਡਿਪੈਂਡ ਹੈ। ਬਾਰਿਸ਼ਾਂ ਹੋਈਆਂ ਨੇ 3 ਕਿੱਲੇ ਪੱਠੇ ਵੀ ਘੱਟ ਨੇ। ਮੈਂ 1 ਕਿੱਲਾ ਮੁੱਲ ਵੀ ਲਿਆ ਤੇ ਫਿਰ ਵੀ ਪੂਰੇ ਨਹੀਂ ਹੁੰਦੇ। ਇਹ ਮੌਸਮ ਤੇ ਵੀ ਡਿਪੈਂਡ ਹੈ। ਪੱਠੇ 2 ਕਿੱਲੇ ਹੋਣ, 10 ਮੱਝਾਂ ਹੋਣ ਤੇ ਪੱਠੇ ਜ਼ਿਆਦਾ ਹੀ ਹੁੰਦੇ ਨੇ। ਤੁਹਾਡਾ ਕੀ ਖਿਆਲ ਹੈ, ਜਿਹੜੇ ਡੇਅਰੀ ਫਾਰਮਰ ਨੇ ਜਾਂ ਮੱਝਾਂ ਜਿਹਨਾਂ ਕਾਰੋਬਾਰ ਕਰਦੇ ਨੇ, ਉਹਨਾਂ ਨੂੰ ਸਾਇਲੇਜ ਇਸਤੇਮਾਲ ਕਰਾਉਣਾ ਚਾਹੀਦਾ ਹੈ ਕਿ ਪੱਠੇ ਇਸਤੇਮਾਲ ਕਰਾਉਣੇ ਚਾਹੀਦੇ ਨੇ? ਭਾਈ ਸਾਇਲੇਜ ਇਸਤੇਮਾਲ ਕਰਾਈਏ ਤੇ ਉਹ ਤਾਂ ਬੜੀ ਚੰਗੀ ਚੀਜ਼ ਹੈ, ਲੇਕਿਨ ਆਪ ਤਿਆਰ ਕਰੀਏ ਤੇ ਉਹ ਸਭ ਤੋਂ ਅੱਛੀ ਚੀਜ਼ ਹੈ। ਜੇ ਮੁੱਲ ਦਾ ਲੈ ਕੇ ਪਾਈਏ, ਇੱਕ ਤੇ ਬਚਤ ਕੋਈ ਨਹੀਂ ਹੁੰਦੀ, ਪੂਰਾ ਨਹੀਂ ਆਇਆ ਜਾਂਦਾ, ਦੂਸਰਾ ਮੱਝਾਂ ਦੇ ਥਣ ਖਰਾਬ ਹੁੰਦੇ ਨੇ। ਜ਼ਬਰਦਸਤ। ਅੱਛਾ ਪਿਆਰੇ ਭਾਈ, ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਵੇ, ਤੁਸੀਂ ਉਹਨੂੰ ਕੋਈ ਐਸੀ ਗੱਲ ਦੱਸ ਦਿਓ ਤਾਂ ਕਿ ਉਹਦਾ ਸਦਕਾ ਜਾਰੀਆ ਬਣ ਜਾਏ, ਉਹਨੂੰ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਵੇ? ਇੱਕ ਅਬਲ ਤੇ ਉਹਨੂੰ ਮਾਲ ਰੱਖਣਾ ਹੀ ਨਹੀਂ ਚਾਹੀਦਾ ਜੇ ਉਹ ਕੰਮ ਦੇ ਵਿੱਚ ਪਹਿਲਾਂ ਦਾ ਰੁਝਿਆ ਨਹੀਂ। ਤੇ ਜੇ ਉਹਨੇ ਰੱਖ ਲਿਆ ਤੇ ਉਹਨੂੰ ਆਪ ਡੇਰੇ ਤੇ ਬਹਿ ਕੇ ਮੱਝਾਂ ਚੋਣ ਦੀ ਸਭ ਤੋਂ ਵੱਡੀ। ਜੇ ਉਹ ਮੱਝਾਂ ਚੋ ਨਹੀਂ ਸਕਦਾ ਤੇ ਉਹ ਮੱਝਾਂ ਰੱਖੇ ਨਾ, ਕਿਉਂਕਿ ਨੌਕਰ ਅੱਜ ਕੱਲ੍ਹ ਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਮੱਝ ਨੂੰ ਕੀ ਫਾਲਟ ਹੈ ਤੇ ਕੀ ਨੁਕਸ ਹੈ ਇਹਨੂੰ। ਇਹਦਾ ਥਣ ਘੱਟ ਹੈ ਜਾਂ ਵੱਧ, ਇਹਦੀ ਚੁਆਈ ਘੈਂਜ ਦੀ, ਉਹਨਾਂ ਚੋ ਕੇ ਉੱਠ ਪੈਣਾ। ਜਦੋਂ ਮਾਲਕ ਨੂੰ ਪਤਾ ਹੋਇਆ ਮੈਂ ਆਪ ਚੋਣੀ ਹੈ, ਇਹਦੇ ਥਣ ਨੂੰ ਇਹ ਮਸਲਾ ਹੈ, ਤੇ ਉਹਨੂੰ ਪਤਾ ਲੱਗੇ ਜੇ ਮੈਂ ਬਿਮਾਰੀ ਦਾ ਕੋਈ ਇਲਾਜ ਵੀ ਕਰਨਾ। ਤੇ ਜੇ ਉਹ ਇਹ ਕੰਮ ਕਰ ਸਕਦਾ ਹੈ ਤੇ ਉਹ ਇਹ ਫੀਲਡ 'ਚ ਆਏ। ਜੇ ਉਹ ਇਹ ਕੰਮ ਨਹੀਂ ਕਰ ਸਕਦਾ, ਉਹ ਇਹ ਰਿਕਸ ਨਹੀਂ ਲੈ ਸਕਦਾ, ਤੇ ਉਹ ਇਹ ਕੰਮ 'ਚ ਨਾ ਆਏ। ਤੁਹਾਡਾ ਕੀ ਖਿਆਲ ਹੈ, ਕੰਮ ਮੁਨਾਫਾ ਬਖਸ਼ ਹੈ ਵੇ ਕਿ ਨਹੀਂ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਮਾਸ਼ਾਅੱਲਾ। ਅਗਰ ਕੋਈ ਬੰਦਾ ਤੁਹਾਡੇ ਕੋਲ ਜਾਨਵਰ ਖਰੀਦਣਾ ਚਾਹੁੰਦਾ, ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਹਾਂਜੀ। ਆਪਣਾ ਨੰਬਰ ਬੋਲ ਦਿਓ ਵਿੱਚ। 0341 ਜੀ 655 18 21। ਜੀ ਭਾਈ, ਬਹੁਤ ਸ਼ੁਕਰੀਆ, ਬਹੁਤ ਕੀਮਤੀ।